ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦਿਸ਼ਾ ਪਰਿਵਰਤਨ ਨੂੰ ਵੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਆਪਣਾ ਕੀਮਤੀ ਸਮਾਂ ਕੱਢ ਕੇ ਵੇਖਦੇ ਹੋ। ਇਸ ਦੇ ਲਈ ਅਸੀਂ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਆਦਰ ਸਤਿਕਾਰ ਕਰਦੇ ਹਾਂ ਅਤੇ ਤੁਹਾਡੀ ਪ੍ਰਸ਼ੰਸਾ ਕਰਦੇ ਹਾਂ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਸੌਲੂਸ ਦੇ ਬਾਰੇ ਚਰਚਾ ਕਰ ਰਹੇ ਸੀ। ਅਸੀਂ ਜਾਣਿਆ ਕਿ ਸੌਲੂਸ ਜਨਮ ਤੋਂ ਇੱਕ ਯਹੂਦੀ ਵਿਅਕਤੀ ਸੀ, ਜਿਹੜਾ ਆਪਣੇ ਧਰਮ ਦੇ ਪ੍ਰਤੀ ਇੰਨਾ ਜ਼ਿਆਦਾ ਜਲਨ ਰੱਖਣ ਵਾਲਾ ਸੀ ਕਿ ਜੋ ਕੋਈ ਵੀ ਉਸਦੇ ਧਰਮ ਦੇ ਵਿਰੋਧ ਵਿੱਚ ਆਉਂਦਾ ਸੀ, ਉਸ ਨੂੰ ਉਹ ਨਾਸ਼ ਕਰਨ ਵਿੱਚ ਦੇਰ ਨਹੀਂ ਕਰਦਾ ਸੀ। ਪਰ ਜਦੋਂ ਪ੍ਰਭੂ ਯਿਸੂ ਜੀ ਦੇ ਨਾਲ ਉਸ ਦੀ ਮੁਲਾਕਾਤ ਹੋਈ ਤਾਂ ਉਸ ਦਾ ਜੀਵਨ ਬਦਲ ਗਿਆ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਬਾਕੀ ਦੇ ਹਿੱਸੇ ਦੇ ਉੱਤੇ ਗੌਰ ਕਰਨਾ ਜਾਰੀ ਰੱਖਾਂਗੇ। ਸੋ ਆਓ ਬਿਨਾਂ ਸਮਾਂ ਗਵਾਏ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ। ਪਰ ਇਸ ਤੋਂ ਪਹਿਲਾਂ ਕਿ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਅੱਗੇ ਵਧੀਏ, ਆਓ ਆਪਣੇ ਮਨਾਂ ਨੂੰ ਪਰਮੇਸ਼ਰ ਦੇ ਵਚਨ ਦੇ ਲਈ ਤਿਆਰ ਕਰੀਏ। ਉਸ ਦੇ ਲਈ ਸੁਣਦੇ ਹਾਂ ਇਹ ਮਸੀਹੀ ਭਜਨ।
ਸਤਾਵੇ। ਦਿਨੇ ਸੂਰਜ ਨਾ ਤੈਨੂੰ ਸਤਾਵੇ, ਰਾਤੀ ਚੰਨ ਵੀ ਨਾ ਕੁਝ ਦੁੱਖ ਪਹੁੰਚਾਵੇ। ਖੌਫ ਖਾਵੇਂਗਾ ਨਾ ਵਿੱਚ ਉਜਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਅੱਖੀਆਂ ਚੁੱਕਣਾ ਹਾਂ ਮੈਂ ਵੱਲ ਪਹਾੜਾ, ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਮਦਦ ਲਈ ਮੈਂ ਕਿਸ ਨੂੰ ਪੁਕਾਰਾਂ। ਇਹ ਪ੍ਰਭੂ ਯਿਸੂ ਮਸੀਹ ਆਪਣੇ ਪ੍ਰਤਾਪੀ ਸਰੀਰ ਵਿੱਚ, ਜਿਵੇਂ ਕਿ ਉਹ ਪਿਤਾ ਦੇ ਸੱਜੇ ਹੱਥ ਹੈ, ਤੁਹਾਡੇ ਤੇ ਮੇਰੇ ਲਈ ਵਿਚੋਲਗੀ ਕਰ ਰਿਹਾ ਹੈ। ਉਹ ਆਪਣਾ ਸਥਾਨ ਛੱਡ ਕੇ ਦਮਸ਼ਕ ਦੇ ਰਾਹ ਤੇ ਆ ਗਿਆ ਅਤੇ ਉੱਥੇ ਉਹ ਨਿੱਜੀ ਤੌਰ ਤੇ ਪੌਲੁਸ ਦੇ ਰੂਬਰੂ ਹੋਇਆ। ਤੁਸੀਂ ਕਹੋਗੇ, ਉਹ ਆਪਣੇ ਆਪ ਨੂੰ ਬਚਾਉਣ ਤੋਂ ਕਿਉਂ ਨਹੀਂ ਰੋਕ ਸਕਿਆ? ਜੇ ਪ੍ਰਭੂ ਯਿਸੂ ਹੇਠਾਂ ਆਵੇ ਅਤੇ ਇਸ ਤਰੀਕੇ ਨਾਲ ਤੁਹਾਡੇ ਰੂਬਰੂ ਹੋਵੇ, ਕੀ ਤੁਸੀਂ ਬਚਾਏ ਨਹੀਂ ਜਾਓਗੇ? ਅਤੇ ਕੁਝ ਲੋਕ ਕਹਿੰਦੇ ਹਨ, ਪੌਲੁਸ ਨਾਲ ਇਹੋ ਜਿਹਾ ਖਾਸ ਵਰਤਾਓ ਕਿਉਂ ਕੀਤਾ ਗਿਆ ਹੈ? ਮੇਰੇ ਕੋਲ ਇਸ ਸਵਾਲ ਦਾ ਜਵਾਬ ਨਹੀਂ ਹੈ, ਸਿਵਾਏ ਉਸ ਦੀ ਜ਼ਿੰਦਗੀ ਅਤੇ ਪਰਮੇਸ਼ਰ ਜੋ ਉਸ ਦੁਆਰਾ ਕਰਨਾ ਚਾਹੁੰਦਾ ਸੀ। ਉਸ ਨੂੰ ਵੇਖਣ ਦੇ, ਉਸ ਨੇ ਉਸ ਮਨੁੱਖ ਨੂੰ ਲਿਆ ਜਿਹੜਾ ਪਹਿਲਾਂ ਉਸ ਦਾ ਦੁਸ਼ਮਣ ਸੀ ਅਤੇ ਉਸ ਨੂੰ ਨੰਬਰ 1 ਰਸੂਲ ਵਿੱਚ ਬਦਲ ਦਿੱਤਾ। ਜੇਮਸ ਟਾਕਰ ਨੇ ਉਸ ਪਲ ਦਾ ਇਹਨਾਂ ਸ਼ਬਦਾਂ ਵਿੱਚ ਵਰਣਨ ਕੀਤਾ। ਇਹ ਸੱਚਮੁੱਚ ਮਸੀਹ ਯਿਸੂ ਸੀ, ਆਪਣੀ ਪ੍ਰਤਾਪੀ ਮਨੁੱਖਤ ਵਿੱਚ, ਜਿਸ ਨੇ ਇੱਕ ਵਾਰ ਇਸ ਚੁਣੇ ਹੋਏ ਚੇਲੇ ਨੂੰ ਖੁਦ ਨੂੰ ਵਿਖਾਉਣ ਲਈ ਆਪਣੀ ਵਿਚੋਲਗੀ ਦਾ ਸਿਆਸਨ ਛੱਡ ਦਿੱਤਾ ਅਤੇ ਜੋਤ ਜਿਹੜੀ ਚਮਕੀ ਸੀ ਉਸ ਦੀ ਮਹਿਮਾ ਤੋਂ ਇਲਾਵਾ ਹੋਰ ਕੁਝ ਨਹੀਂ, ਜਿਸ ਵਿੱਚ ਉਸ ਦੀ ਮਨੁੱਖਤਾ ਸਮੇਟੀ ਹੋਈ ਸੀ। ਇਹ ਪ੍ਰਭੂ ਯਿਸੂ ਮਸੀਹ ਦੀ ਮਹਿਮਾ ਸੀ ਅਤੇ ਇਹ ਪੌਲੁਸ ਦੇ ਬਦਲਣ ਦੀ ਸ਼ੁਰੂਆਤ ਸੀ। ਹੁਣ ਤੋਂ ਅੱਗੋਂ ਉਹ ਆਪਣੇ ਹਾਲਾਤਾਂ ਅਤੇ ਆਪਣੇ ਵੰਸ਼, ਆਪਣੇ ਵਿਰਸੇ ਅਤੇ ਆਪਣੀ ਕੱਟੜਤਾ ਤੇ ਭਰੋਸਾ ਨਹੀਂ ਸੀ ਕਰ ਸਕਦਾ। ਉਸ ਨੇ ਸੱਚੀ ਪਵਿੱਤਰਤਾਈ ਨੂੰ ਵੇਖ ਲਿਆ ਸੀ। ਉਸ ਨੇ ਪ੍ਰਭੂ ਨੂੰ ਇੰਨਾ ਜ਼ਿਆਦਾ ਵੇਖ ਲਿਆ ਸੀ ਜਿੰਨਾ ਕੋਈ ਵੀ ਮਨੁੱਖ ਪ੍ਰਭੂ ਨੂੰ ਵੇਖ ਕੇ ਹਾਲੇ ਵੀ ਜੀ ਸਕਦਾ ਸੀ। ਉਹ ਇਸ ਅਨੁਭਵ ਨਾਲ ਅੰਨਾ ਹੋ ਗਿਆ ਤੇ ਉਹ 3 ਦਿਨ ਤੱਕ ਅੰਨਾ ਹੀ ਰਿਹਾ। ਜੇਮਸ ਗੌਡਗੋਮਰੀ ਬੋਇਸ ਨੇ ਕਿਹਾ ਕਿ ਪੌਲੁਸ ਇਸ ਸਮੇਂ ਤੱਕ ਇਸ ਤਰ੍ਹਾਂ ਜ਼ਿੰਦਗੀ ਗੁਜ਼ਾਰੀ ਜਿਵੇਂ ਕਿ ਉਹ 100 ਵਾਟ ਦੇ ਬਲਬ ਸੀ, ਜੋ ਕਿ 75 ਵਾਟ, 60 ਵਾਟ ਅਤੇ 30 ਵਾਟ ਦੇ ਬਲਬਾਂ ਨਾਲ ਮਿਲ ਕੇ ਜ਼ਿੰਦਗੀ ਗੁਜ਼ਾਰ ਰਿਹਾ ਸੀ। ਅਤੇ ਇੱਕ ਦਿਨ ਉਸਨੇ ਇੱਕ ਜੋਤ ਜਾਂ ਰੋਸ਼ਨੀ ਵੇਖੀ ਜੋ ਸੱਚਮੁੱਚ ਇੱਕ ਰੋਸ਼ਨੀ ਸੀ ਅਤੇ ਉਸ ਨੂੰ 100 ਵਾਟ, 75 ਵਾਟ, 60 ਵਾਟ ਅਤੇ 30 ਵਾਟ ਦੇ ਬਲਬਾਂ ਵਿਚਕਾਰ ਫਰਕ ਦਾ ਅਹਿਸਾਸ ਹੋਇਆ। ਇਹਨਾਂ ਦੀ ਰੋਸ਼ਨੀ ਸਰਵਸ਼ਕਤੀਮਾਨ ਪਰਮੇਸ਼ਰ ਦੀ ਮਹਿਮਾ ਦੀ ਚਮਕ ਦੇ ਮੁਕਾਬਲੇ ਕੁਝ ਵੀ ਨਹੀਂ ਸੀ। ਅਤੇ ਉਸ ਪਲ ਵਿੱਚ ਬੋਇਸ ਨੇ ਕਿਹਾ, ਉਸ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਉਸ ਦੀ ਸਾਰੀ ਵਿਰਾਸਤ ਪਰਮੇਸ਼ਰ ਜੋ ਸੀ ਉਸ ਦੀ ਰੋਸ਼ਨੀ ਵਿੱਚ ਬੇਕਾਰ ਸੀ। ਇਹ ਉਸ ਦੀ ਮੁਕਤੀ ਦੀ ਸ਼ੁਰੂਆਤ ਸੀ। ਭਾਗ ਐੜਾ ਸਵਾਲ ਜਵਾਬ। ਤਾਂ ਉਹ ਪੁੰਜੇ ਡਿੱਗ ਪਿਆ ਅਤੇ ਇੱਕ ਸੁਣੀ ਜੋ ਉਹ ਕਹਿੰਦੀ ਸੀ, ਹੇ ਸੋਲਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਅਸੀਂ ਚਮਕ ਨੂੰ ਵੇਖ ਚੁੱਕੇ ਹਾਂ ਅਤੇ ਅਸੀਂ ਵੇਖ ਚੁੱਕੇ ਹਾਂ ਕਿ ਪੌਲੁਸ ਆਪਣੀ ਜ਼ਿੰਦਗੀ ਵਿੱਚ ਇੱਕ ਪਲ ਤੱਕ ਕਿਵੇਂ ਲਿਆਂਦਾ ਗਿਆ। ਅਤੇ ਫਿਰ ਸਵਾਲ ਜਵਾਬ ਦਾ ਸਮਾਂ ਸੀ। ਪ੍ਰਭੂ ਯਿਸੂ ਬਿਲਕੁਲ ਉਚਿਤ ਸਵਾਲ ਪੁੱਛਿਆ, ਤੁਹਾਡੇ ਵਿੱਚੋਂ ਕਿੰਨੇ ਇਹ ਜਾਣਦੇ ਹਨ ਕਿ ਜਦੋਂ ਤੁਸੀਂ ਲੋਕਾਂ ਨਾਲ ਪ੍ਰਭੂ ਬਾਰੇ ਗੱਲਬਾਤ ਕਰ ਰਹੇ ਹੁੰਦੇ ਹੋ ਤਾਂ ਵਾਤਾਵਰਣ ਲਈ ਸਭ ਤੋਂ ਵਧੀਆ ਔਜ਼ਾਰ ਹਨ ਸਵਾਲ। ਮੈਂ ਆਪਣੇ ਤਜਰਬੇ ਦੌਰਾਨ ਜਦੋਂ ਤੋਂ ਮੈਂ ਪਾਸਵਾਨੀ ਸ਼ੁਰੂ ਕੀਤੀ ਹੈ, ਇੱਕ ਸਵਾਲ ਦੀ ਵਰਤੋਂ ਕਰਦਾ ਆਇਆ ਹਾਂ ਅਤੇ ਉਹ ਇਹ ਹੈ ਕਿ ਤੁਸੀਂ ਆਪਣੀ ਆਤਮਿਕ ਜ਼ਿੰਦਗੀ ਵਿੱਚ ਉਸ ਥਾਂ ਤੇ ਆ ਚੁੱਕੇ ਹੋ ਜਿੱਥੇ ਤੁਸੀਂ ਪੂਰੇ ਯਕੀਨ ਨਾਲ ਕਹਿ ਸਕੋ ਕਿ ਜੇ ਤੁਸੀਂ ਅੱਜ ਮਰ ਜਾਂਦੇ ਹੋ ਤਾਂ ਤੁਸੀਂ ਸਵਰਗ ਵਿੱਚ ਜਾਓਗੇ। ਇਹ ਅਜੀਬ ਹੈ ਕਿ ਲੋਕ ਤੁਹਾਨੂੰ ਕੀ ਕਹਿਣਗੇ, ਪਰ ਇਹ ਉਹਨਾਂ ਦੇ ਵਿਵੇਕ ਨੂੰ ਜਾਂਚਦਾ ਹੈ ਅਤੇ ਉਹਨਾਂ ਨੂੰ ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਉਹ ਪਰਮੇਸ਼ਰ ਨਾਲ ਉਹਨਾਂ ਦੇ ਰਿਸ਼ਤੇ ਵਿੱਚ ਕਿੱਥੇ ਹਨ। ਅਤੇ ਪ੍ਰਭੂ ਨੇ ਸੌਲਸ ਕੋਲੋਂ ਸਵਾਲ ਪੁੱਛਿਆ। ਉਸਨੇ ਕਿਹਾ, ਹੇ ਸੌਲਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਮੈਨੂੰ ਸ਼ੱਕ ਹੈ ਸੌਲਸ ਨੇ ਕਦੀ ਇਸ ਬਾਰੇ ਸੁਪਨਾ ਵੀ
ਨਹੀਂ ਵੇਖਿਆ ਹੋਵੇਗਾ ਕਿ ਕਲੀਸਿਆ ਨੂੰ ਸਤਾਉਣ ਲਈ ਉਹ ਜੋ ਕਰ ਰਿਹਾ ਸੀ, ਅਸਲ ਵਿੱਚ ਉਹ ਮਸੀਹ ਨੂੰ ਸਤਾ ਰਿਹਾ ਸੀ, ਜਿਸ ਦੀ ਉਸ ਨੂੰ ਉਡੀਕ ਸੀ। ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਅੱਜ ਦੇ ਸਮੇਂ ਦੇ ਸਾਡੇ ਸੱਭਿਆਚਾਰ ਵਿੱਚ ਅਸੀਂ ਇਹ ਸਬਕ ਸਿੱਖ ਸਕਦੇ ਹਾਂ, ਅਤੇ ਕਿਰਪਾ ਕਰਕੇ ਮੈਨੂੰ ਬੜੇ ਧਿਆਨ ਨਾਲ ਸੁਣੋ। ਜੇ ਤੁਸੀਂ ਕਲੀਸਿਆ ਦੇ ਗਲਤ ਪਾਸੇ ਵੱਲ ਹੋ, ਜੋ ਵੀ ਤੁਸੀਂ ਕਲੀਸਿਆ ਨਾਲ ਕਰਦੇ ਹੋ, ਤੁਸੀਂ ਉਹ ਮਸੀਹ ਨਾਲ ਕਰਦੇ ਹੋ। ਕਲੀਸਿਆ ਮਸੀਹ ਦੀ ਦੇਹ ਹੈ, ਅਤੇ ਜਦੋਂ ਤੁਸੀਂ ਕਲੀਸਿਆ ਨੂੰ ਸਤਾਉਂਦੇ ਹੋ, ਤੁਸੀਂ ਮਸੀਹ ਨੂੰ ਸਤਾਉਂਦੇ ਹੋ। ਜਿਹੜੇ ਲੋਕ ਇਸ ਦੁਨੀਆ ਵਿੱਚ ਪ੍ਰਭੂ ਦੀ ਕਲੀਸਿਆ ਨੂੰ ਸਤਾਉਣ ਵਿੱਚ ਲੱਗੇ ਹੋਏ ਹਨ, ਉਹ ਕਲੀਸਿਆ ਦੇ ਵਿਅਕਤੀਆਂ ਨੂੰ ਨਹੀਂ ਸਤਾ ਰਹੇ, ਪਰ ਉਹ ਸਾਡੇ ਅੱਜ ਦੇ ਵਚਨ ਮੁਤਾਬਕ ਜਦੋਂ ਤੁਸੀਂ ਕਲੀਸਿਆ ਨੂੰ ਸਤਾਉਂਦੇ ਹੋ, ਤੁਸੀਂ ਮਸੀਹ ਨੂੰ ਸਤਾਉਂਦੇ ਹੋ। ਉਸਨੇ ਉਹਨੂੰ ਚੁੱਭਣ ਵਾਲਾ ਸਵਾਲ ਪੁੱਛਿਆ। ਉਸਨੇ ਉਹਨੂੰ ਇਹ ਸਵਾਲ ਉਸ ਭਾਸ਼ਾ ਵਿੱਚ ਪੁੱਛਿਆ ਜਿਹੜੀ ਭਾਸ਼ਾ ਸੌਲਸ ਨੂੰ ਸਮਝ ਆਉਣੀ ਸੀ। ਉਸਨੇ ਉਹਨੂੰ ਸਿਰਫ 2 ਵਾਰ ਉਸ ਦਾ ਨਾਮ ਲੈ ਕੇ ਪੁਕਾਰਿਆ, ਪਰ ਉਸਨੇ ਇਬਰਾਨੀ ਅਰਾਮੀ ਭਾਸ਼ਾ ਵਿੱਚ ਉਸ ਦਾ ਨਾਮ 2 ਵਾਰ ਪੁਕਾਰਿਆ। ਪਾਲੂਸ ਹੁਣ ਜੋ ਉਸ ਦੀ ਜ਼ਿੰਦਗੀ ਵਿੱਚ ਹੋ ਰਿਹਾ ਹੈ, ਉਸ ਨੂੰ ਸੁਣਨ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੈ। ਭਾਗ ਈੜੀ ਪ੍ਰਕਾਸ਼। ਉਹਨੇ ਆਖਿਆ, ਪ੍ਰਭੂ ਜੀ, ਤੂੰ ਕੌਣ ਹੈ? ਉਸਨੇ ਕਿਹਾ, ਮੈਂ ਯਿਸੂ ਹਾਂ, ਜਿਹਨੂੰ ਤੂੰ ਸਤਾਉਂਦਾ ਹੈ। ਸੌਲਸ, ਤੇਰੇ ਲਈ ਮੇਰੇ ਖਿਲਾਫ ਹੁੰਜ ਮਾਰਨਾ ਔਖਾ ਹੈ। ਫਿਰ ਚਮਕ ਅਤੇ ਸਵਾਲ ਤੋਂ ਬਾਅਦ ਪ੍ਰਕਾਸ਼ ਆਇਆ। ਉਹਨੇ ਆਖਿਆ, ਪ੍ਰਭੂ ਜੀ, ਤੂੰ ਕੌਣ ਹੈ? ਕੀ ਇਹ ਦਿਲਚਸਪ ਸਵਾਲ ਨਹੀਂ ਹੈ? ਪ੍ਰਭੂ ਜੀ, ਤੂੰ ਕੌਣ ਹੈ? ਖੈਰ, ਜੇ ਤੁਸੀਂ ਜਾਣਦੇ ਹੋ ਕਿ ਉਹ ਪ੍ਰਭੂ ਹੈ, ਫਿਰ ਤੁਸੀਂ ਉਸ ਨੂੰ ਕਿਉਂ ਪੁੱਛ ਰਹੇ ਹੋ ਕਿ ਉਹ ਕੌਣ ਹੈ? ਪਰ ਪਲੂਸ ਲਈ ਇਹ ਇਸ ਕਿਸਮ ਦਾ ਪਲ ਸੀ। ਉਸਨੇ ਕਿਹਾ, ਪ੍ਰਭੂ ਜੀ, ਤੂੰ ਕੌਣ ਹੈ? ਅਤੇ ਉਸਨੇ ਕਿਹਾ, ਮੈਂ ਯਿਸੂ ਹਾਂ, ਜਿਹਨੂੰ ਤੂੰ ਸਤਾਉਂਦਾ ਹੈ। ਯਿਸੂ ਨੇ ਖੁਦ ਨੂੰ ਪਲੂਸ ਤੇ ਪ੍ਰਗਟ ਕੀਤਾ। ਸਭ ਤੋਂ ਪਹਿਲਾਂ ਉਸਨੇ ਉਹਨੂੰ ਉਹ ਦੱਸਿਆ ਕਿ ਉਹ ਕੌਣ ਸੀ, ਪਰ ਤੁਸੀਂ ਜਾਣਦੇ ਹੋ ਉਸਨੇ ਹੋਰ ਕੀ ਕੀਤਾ। ਯਿਸੂ ਨੇ ਸੌਲੂਸ ਨੂੰ ਖੁਦ ਤੇ ਪ੍ਰਗਟ ਕੀਤਾ। ਉਸਨੇ ਖੁਦ ਨੂੰ ਸੌਲੂਸ ਤੇ ਪ੍ਰਗਟ ਕੀਤਾ, ਪਰ ਫਿਰ ਵੀ ਉਸਨੇ ਸੌਲੂਸ ਨੂੰ ਸੌਲੂਸ ਤੇ ਪ੍ਰਗਟ ਕੀਤਾ। ਤੁਹਾਡੇ ਵਿੱਚੋਂ ਕਿੰਨੇ ਇਸ ਗੱਲ ਨੂੰ ਜਾਣਦੇ ਹਨ ਕਿ ਬਾਈਬਲ ਕਹਿੰਦੀ ਹੈ, ਯਿਸੂ ਜਾਣਦਾ ਹੈ ਮਨੁੱਖ ਦੇ ਦਿਲ ਦੇ ਅੰਦਰ ਕੀ ਹੈ। ਅਤੇ ਇਸ ਦਾ ਕੋਈ ਕਾਰਨ ਇਹ ਵੀ ਹੈ ਕਿ ਕਿਉਂ ਲੋਕ ਯਿਸੂ ਨੂੰ ਮਿਲੇ ਅਤੇ ਉਹਨਾਂ ਦੀ ਜ਼ਿੰਦਗੀ ਨਾਟਕੀ ਢੰਗ ਨਾਲ ਬਦਲ ਗਈ। ਕਿਉਂਕਿ ਇਸ ਤੋਂ ਪਹਿਲਾਂ ਕਿ ਉਹ ਉਸ ਕੋਲ ਆਏ, ਉਹ ਪਹਿਲਾਂ ਹੀ ਜਾਣਦਾ ਸੀ ਕਿ ਉਹਨਾਂ ਦੇ ਦਿਲਾਂ ਦੇ ਅੰਦਰ ਕੀ ਚੱਲ ਰਿਹਾ ਹੈ। ਉਸਨੇ ਇਸ ਬਦਲ ਦੀ ਪ੍ਰਕਿਰਿਆ ਵਿੱਚੋਂ ਸੌਲੂਸ ਨੂੰ ਇੱਕ ਛੋਟੀ ਜਿਹੀ ਗੱਲ ਕਹੀ, ਜੋ ਤੁਸੀਂ ਸ਼ਾਇਦ ਪੜ੍ਹ ਕੇ ਛੱਡ ਦਿੱਤੀ ਹੋਵੇਗੀ ਅਤੇ ਹੈਰਾਨ ਹੋਵੋਗੇ ਕਿ ਇਸ ਦਾ ਮਤਲਬ ਕੀ ਹੈ। ਉਸਨੇ ਕਿਹਾ, ਸੌਲਸ, ਤੇਰੇ ਲਈ ਮੇਰੇ ਖਿਲਾਫ ਹੁੰਜ ਮਾਰਨਾ ਔਖਾ ਹੈ। ਇਸ ਦਾ ਕੀ ਮਤਲਬ ਹੈ? ਖੈਰ, ਸੌਲਸ ਨੇ ਇੱਥੇ ਇੱਕ ਅੰਸ਼ਕ ਜਾਨਵਰ ਵਜੋਂ ਵਿਖਾਇਆ ਗਿਆ ਹੈ, ਜਿਵੇਂ ਕਿ ਕੋਈ ਬਲਦ ਜਾਂ ਗਧਾ। ਜਾਨਵਰ ਬਹੁਤ ਜ਼ੋਰ ਨਾਲ ਹੁੰਜ ਮਾਰਦਾ ਹੈ। ਹੁੰਜ ਇੱਕ ਤਿੱਖੀ ਸੋਟੀ ਹੁੰਦੀ ਸੀ, ਜਿਸ ਦਾ ਸਿਰਾ ਤਿੱਖਾ ਹੁੰਦਾ ਸੀ, ਅਤੇ ਹੁੰਜ ਢੀਠ ਜਾਨਵਰਾਂ ਲਈ ਵਰਤੀ ਜਾਂਦੀ ਸੀ। ਜੇ ਜਾਨਵਰ ਉਹ ਨਹੀਂ ਕਰਦੇ ਸੀ ਜੋ ਤੁਸੀਂ ਉਸ ਕੋਲੋਂ ਕਰਵਾਉਣਾ ਚਾਹੁੰਦੇ ਸੀ, ਤਾਂ ਤੁਸੀਂ ਉਸ ਨੂੰ ਹੁੰਜ ਨਾਲ ਮਾਰਦੇ ਸੀ, ਅਤੇ ਇਹ ਬਹੁਤ ਦਰਦਨਾਕ ਹੁੰਦਾ ਸੀ। ਅਤੇ ਕਈ ਵਾਰ ਜੇ ਤੁਹਾਨੂੰ ਬਹੁਤ ਹੀ ਢੀਠ ਜਾਨਵਰ ਟੱਕਰ ਜਾਂਦੇ ਸਨ, ਉਹ ਇਸ ਹੁੰਜ ਦੇ ਖਿਲਾਫ ਦੁਲੱਤੀ ਮਾਰਦੇ ਸਨ, ਅਤੇ ਉਹ ਨਹੀਂ ਕਰਦੇ ਸਨ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ। ਉਹ ਸਗੋਂ ਹੋਰ ਢੀਠ ਹੋ ਜਾਂਦੇ ਸਨ। ਅਤੇ ਇਹ ਸਾਨੂੰ ਉਸ ਦੀ ਸਮਝ ਦਿੰਦਾ ਹੈ ਜੋ ਸੌਲੂਸ ਦੇ ਦਮਸ਼ਕ ਨੂੰ ਸਫ਼ਰ ਵਿੱਚ ਜਾਂਦੇ ਹੋਏ ਉਸ ਦੇ ਦਿਲ ਦੇ ਅੰਦਰ ਸੀ। ਅਤੇ ਸ਼ਾਇਦ ਇਸ ਤੋਂ ਵੀ ਪਹਿਲਾਂ ਕਈ ਦਿਨਾਂ ਤੋਂ ਉਹ ਇੱਕ ਦਿਨ ਉਹਨਾਂ ਦੇ ਨਾਲ ਵੀ ਖੜਾ ਸੀ, ਜਿਨ੍ਹਾਂ ਨੇ ਸਟੀਫਨ ਦੇ ਪਥਰਾਓ ਕੀਤਾ ਸੀ। ਉਸਨੇ ਉਹਨਾਂ ਦੇ ਬਸਤਰ ਇਕੱਠੇ ਕੀਤੇ ਅਤੇ ਧਿਆਨ ਰੱਖਿਆ। ਉਸਨੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਈ। ਅਤੇ ਮੈਨੂੰ ਆਪਣੇ ਦਿਲ ਵਿੱਚ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਜਦੋਂ ਇਹ ਸਭ ਹੋਇਆ ਤਾਂ ਜ਼ਰੂਰ ਕੁਝ ਹੋਇਆ, ਅਤੇ ਸੌਲੂਸ ਵੀ ਸੋਚੀ ਪੈ ਗਿਆ ਹੋਵੇਗਾ ਕਿ ਜੋ ਉਹ ਕਰ ਰਿਹਾ ਸੀ ਕਿ ਉਹ ਸਹੀ ਸੀ, ਅਤੇ ਦਮਸ਼ਕ ਨੂੰ ਜਾਂਦਿਆਂ ਉਹ ਹੁੰਜ ਉਸ ਦੀ ਆਤਮਾ ਅੰਦਰ ਵੱਜੀ ਹੋਵੇਗੀ। ਪ੍ਰਭੂ ਯਿਸੂ ਨੇ ਉਹਨੂੰ ਕਿਹਾ, ਸੌਲੂਸ, ਤੇਰੇ ਲਈ ਮੇਰੇ ਖਿਲਾਫ ਹੁੰਜ ਮਾਰਨਾ ਔਖਾ ਹੈ ਕਿ ਨਹੀਂ? ਤੂੰ ਉਸ ਗੱਲ ਨੂੰ ਟਾਲਦਾ ਆ ਰਿਹਾ ਹੈ ਜੋ ਤੇਰੇ ਦਿਲ ਅੰਦਰ ਚੱਲ ਰਹੀ ਹੈ, ਪਰ ਇਹ ਕਰਨਾ ਔਖਾ ਹੈ। ਤੁਹਾਡੇ ਵਿੱਚੋਂ ਕਿੰਨੇ ਜਣੇ ਜਾਣਦੇ ਹਨ ਕਿ ਜਦੋਂ ਪਰਮੇਸ਼ਰ ਦਾ ਆਤਮਾ ਤੁਹਾਡੇ ਅੰਦਰ ਕੰਮ ਕਰਨਾ ਸ਼ੁਰੂ ਕਰਦਾ ਹੈ, ਤਾਂ ਉਸ ਖਿਲਾਫ ਹੁੰਜ ਮਾਰਨਾ ਮੁਸ਼ਕਲ ਹੈ। ਲੋਕ ਹਰ ਇੱਕ ਚੀਜ਼ ਅਜ਼ਮਾਉਂਦੇ ਹਨ। ਉਹ ਇੱਕ ਬੋਤਲ ਵਿੱਚ ਪੇੜ ਦੇ ਭਰ ਰਿੜ੍ਹਦੇ ਹਨ। ਉਹ ਹਰ ਚੀਜ਼ ਦੀ ਉਲੰਘਣਾ ਕਰਦੇ ਹਨ ਜੋ ਉਹ ਜਾਣਦੇ ਹਨ ਕਿ ਨੈਤਿਕ ਅਤੇ ਸਹੀ ਹੈ। ਉਹ ਇਸ ਤੋਂ ਭੱਜ ਜਾਣਗੇ, ਪਰ ਤੁਸੀਂ ਪ੍ਰਭੂ ਕੋਲੋਂ ਭੱਜ ਨਹੀਂ ਸਕਦੇ। ਜੇ ਪ੍ਰਭੂ ਤੁਹਾਡੇ ਦਿਲ ਅੰਦਰ ਕੰਮ ਕਰਨਾ ਸ਼ੁਰੂ ਕਰ ਦੇਵੇ ਤਾਂ ਇਸ ਤੋਂ ਭੱਜਿਆ ਨਹੀਂ ਜਾ ਸਕਦਾ। ਅਤੇ
ਸੌਲਸ ਦੇ ਅੰਦਰਲੇ ਮਨੁੱਖ ਨੂੰ ਸਰਬਸ਼ਕਤੀਮਾਨ ਪਰਮੇਸ਼ਰ ਨੇ ਵੇਖ ਲਿਆ ਸੀ ਅਤੇ ਪ੍ਰਭੂ ਨੇ ਕਿਹਾ, ਸੌਲਸ, ਤੇਰੇ ਲਈ ਮੇਰੇ ਖਿਲਾਫ ਹੁੰਜ ਮਾਰਨਾ ਔਖਾ ਹੈ। ਉੱਥੇ ਅਸਲ ਵਿੱਚ ਵਿਸ਼ਵਾਸ ਵਿਕਸਿਤ ਹੋ ਰਿਹਾ ਹੈ। ਭਾਗ ਸੱਸਾ, ਮੁਕਤੀ। ਸੋ ਉਸਨੇ ਡਰਦੇ ਅਤੇ ਕੰਬਦੇ ਹੋਏ ਕਿਹਾ, ਪ੍ਰਭੂ ਜੀ, ਤੂੰ ਕੀ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂ? ਫਿਰ ਪ੍ਰਭੂ ਨੇ ਉਸ ਨੂੰ ਕਿਹਾ, ਉੱਠ ਅਤੇ ਸ਼ਹਿਰ ਵਿੱਚ ਜਾ ਔਰ ਜੋ ਕੁਝ ਤੈਨੂੰ ਕਰਨਾ ਚਾਹੀਦਾ ਹੈ ਸੋ ਤੈਨੂੰ ਦੱਸਿਆ ਜਾਵੇਗਾ। ਸੋ ਇਹ ਸਮੇਂ ਦਾ ਇੱਕ ਪਲ ਸੀ, ਇਸ ਲਈ ਕਾਫੀ ਸਮੇਂ ਤੋਂ ਤਿਆਰੀ ਹੋ ਰਹੀ ਸੀ। ਅਚਾਨਕ ਪ੍ਰਕਾਸ਼ ਆਇਆ। ਉੱਥੇ ਮੁਕਤੀ ਤੋਂ ਪਹਿਲਾਂ ਚਮਕ, ਸਵਾਲ ਜਵਾਬ ਅਤੇ ਪ੍ਰਕਾਸ਼ ਸੀ। ਕੀ ਤੁਸੀਂ ਮੁੱਖ ਵਚਨ ਤੇ ਧਿਆਨ ਦਿੱਤਾ ਹੈ ਕਿ ਸੌਲਸ ਨੇ 2 ਸਵਾਲ ਪੁੱਛੇ? ਉਹ ਦੋਵੇਂ ਹੀ ਸਵਾਲ ਸੱਚਮੁੱਚ ਮਹੱਤਵਪੂਰਨ ਹਨ। ਉਸਨੇ ਕਿਹਾ, ਪ੍ਰਭੂ ਜੀ, ਤੂੰ ਕੌਣ ਹੈ? ਅਤੇ ਪ੍ਰਭੂ ਜੀ, ਤੂੰ ਕੀ ਚਾਹੁੰਦਾ ਹੈ ਮੈਂ ਤੇਰੇ ਲਈ ਕਰਾਂ? ਮੈਂ ਤੁਹਾਨੂੰ ਦੱਸਦਾ ਹਾਂ ਕਿ ਮੈਂ ਕੀ ਸਿੱਖਿਆ ਹੈ। ਜਿਉਂ ਹੀ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਕੌਣ ਹੈ, ਤਾਂ ਛੇਤੀ ਨਾਲ ਤੁਸੀਂ ਦੂਜਾ ਸਵਾਲ ਕਰਨ ਲਈ ਤਿਆਰ ਰਹਿੰਦੇ ਹੋ। ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਉਹ ਕੌਣ ਹੈ, ਤਾਂ ਅਗਲਾ ਸਵਾਲ ਹੈ, ਤੂੰ ਕੀ ਚਾਹੁੰਦਾ ਹਾਂ ਮੈਂ ਤੇਰੇ ਲਈ ਕਰਾਂ? ਸੌਲਸ ਜੋ ਪਾਲੂਸ ਬਣ ਗਿਆ ਹੈ, ਉਸਨੇ ਆਪਣੀ ਬਾਕੀ ਸੇਵਕਾਈ ਲਈ ਇਹ ਸਵਾਲ ਪੁੱਛਿਆ। ਉਹ ਲਗਾਤਾਰ ਪ੍ਰਭੂ ਨੂੰ ਪੁੱਛਦਾ ਰਿਹਾ, ਪ੍ਰਭੂ, ਤੂੰ ਕੀ ਚਾਹੁੰਦਾ ਹਾਂ ਮੈਂ ਤੇਰੇ ਲਈ ਕਰਾਂ? ਅਤੇ ਮੈਂ ਤੁਹਾਡੇ ਬਾਕੀਆਂ ਬਾਰੇ ਨਹੀਂ ਜਾਣਦਾ, ਪਰ ਮੈਂ ਹਾਲ ਹੀ ਦੇ ਕੁਝ ਹਫ਼ਤਿਆਂ ਤੋਂ ਆਪਣੇ ਆਪ ਨੂੰ ਕਈ ਵਾਰ ਇਹ ਸਵਾਲ ਪੁੱਛਦਾ ਪਾਇਆ, ਪ੍ਰਭੂ, ਤੂੰ ਕੀ ਚਾਹੁੰਦਾ ਹਾਂ ਮੈਂ ਤੇਰੇ ਲਈ ਕਰਾਂ? ਬਹੁਤ ਸਾਰੇ ਵਿਕਲਪ ਹਨ, ਬਹੁਤ ਸਾਰੇ ਮੌਕੇ ਹਨ, ਬਹੁਤ ਸਾਰੇ ਪ੍ਰਵੇਸ਼ ਮਾਰਗ ਹਨ, ਅਤੇ ਫਿਰ ਵੀ ਸਾਨੂੰ ਸਮਰਪਣ ਦੇ ਇਸ ਸਵਾਲ ਦੀ ਸਾਦਗੀ ਵੱਲ ਮੁੜ ਕੇ ਜਾਣਾ ਚਾਹੀਦਾ ਹੈ, ਪ੍ਰਭੂ, ਤੂੰ ਕੀ ਚਾਹੁੰਦਾ ਹਾਂ ਮੈਂ ਤੇਰੇ ਲਈ ਕਰਾਂ? ਭਾਗ ਹਾਹਾ, ਰੂਪਾਂਤਰਣ। ਉਸ ਦੀ ਮੁਕਤੀ ਤੋਂ ਬਾਅਦ ਉਸ ਦਾ ਰੂਪਾਂਤਰਣ ਹੋਇਆ। ਇੱਥੇ ਕਹਾਣੀ ਦੀ ਮਹਿਮਾ ਹੈ। ਇੱਥੇ ਇਸ ਲਿਖਤ ਦਾ ਰਿਕਾਰਡ ਦੀ ਖੂਬਸੂਰਤੀ ਹੈ। ਸੌਲਸ ਜੋ ਬਣਿਆ, ਕਿਉਂਕਿ ਅਸੀਂ ਜਾਣਦੇ ਹਾਂ ਸੌਲਸ ਕੀ ਸੀ। ਇਹ ਮਨੁੱਖ ਜਿਹੜਾ ਕਲੀਸਿਆ ਦਾ ਸਤਾਉਣ ਵਾਲਾ ਸੀ, ਕਲੀਸਿਆ ਵਿੱਚ ਸਭ ਤੋਂ ਮਹਾਨ ਪ੍ਰਚਾਰਕ ਬਣਿਆ। ਇਹ ਸਭ ਤੋਂ ਕੌੜਾ ਦੁਸ਼ਮਣ, ਸਭ ਤੋਂ ਵੱਡਾ ਦੋਸਤ ਬਣ ਗਿਆ। ਇਹ ਕੁਫਰ ਬਕਣ ਵਾਲਾ ਮਸੀਹ ਦੇ ਪਿਆਰ ਦੀ ਸ੍ਰਿਸ਼ਟੀ ਬਣ ਗਿਆ। ਹੱਥ ਜਿਹੜਾ ਚੇਲਿਆਂ ਦੇ ਦੋਸ਼ ਆਰੋਪਣ ਲਿਖਦਾ ਸੀ ਜਦੋਂ ਉਹਨਾਂ ਨੂੰ ਜੱਜਾਂ ਦੇ ਸਾਹਮਣੇ ਲਿਆਇਆ ਜਾਂਦਾ ਸੀ, ਉਹੀ ਹੱਥ ਹੁਣ ਉਸ ਕਲੀਸਿਆ ਨੂੰ ਪਰਮੇਸ਼ਰ ਦੇ ਛੁਡਾਉਣ ਵਾਲੇ ਪਿਆਰ ਬਾਰੇ ਪੱਤਰੀਆਂ ਲਿਖਣ ਲਈ ਵਰਤੇ ਜਾਂਦੇ ਹਨ, ਜਿਸ ਨੂੰ ਉਹ ਇੱਕ ਸਮੇਂ ਨਫ਼ਰਤ ਕਰਦਾ ਸੀ। ਦਿਲ ਜਿਹੜਾ ਇੱਕ ਸਮੇਂ ਖੁਸ਼ੀ ਨਾਲ ਧੜਕਦਾ ਸੀ ਜਦੋਂ ਸਤੀਫਨ ਉਹਨਾਂ ਪੱਥਰਾਂ ਹੇਠਾਂ ਖੂਨ ਵਿੱਚ ਡੁੱਬਿਆ ਹੋਇਆ ਸੀ ਜੋ ਉਸਦੇ ਸਿਰ ਦੇ ਬਰਸਾਏ ਗਏ ਸਨ। ਉਹੀ ਦਿਲ ਹੁਣ ਯਿਸੂ ਮਸੀਹ ਦੀ ਖਾਤਰ ਕੋੜੇ ਅਤੇ ਪੱਥਰ ਖਾ ਕੇ ਖੁਸ਼ ਹੁੰਦਾ ਹੈ। ਇਸ ਦੁਸ਼ਮਣ, ਇਸ ਸਤਾਉਣ ਵਾਲੇ, ਇਸ ਕੁਫਰ ਵਕਣ ਵਾਲੇ ਤੋਂ ਹੀ ਸਾਨੂੰ ਨਵੇਂ ਨੇਮ ਦਾ ਮਹਾਨ ਹਿੱਸਾ ਹਾਸਲ ਹੋਇਆ ਹੈ। ਮਸੀਹੀ ਪਰਮੇਸ਼ਰ ਗਿਆਨ ਦੇ ਸਭ ਤੋਂ ਨੇਕ ਕਥਨ ਉਸ ਦੇ ਹੱਥ ਨਾਲ ਲਿਖੇ ਗਏ ਹਨ। ਪਹਿਲਾ ਕਰੰਥੀਆਂ ਅਧਿਆਇ 13 ਵਿੱਚ ਮਸੀਹ ਪਿਆਰ ਦੇ ਸਭ ਤੋਂ ਮਿੱਠੇ ਬੋਲ ਇਸ ਨਫ਼ਰਤ ਭਰੇ ਬੰਦੇ ਦੁਆਰਾ ਲਿਖੇ ਗਏ ਹਨ। ਉਸ ਦਿਨ ਦਮਸ਼ਕ ਤੇ ਰਾਹ ਤੇ ਮਸੀਹ ਦੇ ਨਾਂ ਵਿੱਚ ਪੈਦਾ ਹੋਣ ਸਭ ਤੋਂ ਵੱਡੀ ਸੰਤ ਅਤੇ ਸੁਰਮਾਈ ਸ਼ਖਸੀਅਤ ਹੈ ਪਾਲੂਸ, ਜਦੋਂ ਯਿਸੂ ਮਸੀਹ ਉਸ ਨੂੰ ਜ਼ਰੂਰਤ ਵੇਲੇ ਮਿਲ ਗਿਆ। ਇਸ ਲਈ ਪਾਲੂਸ ਆਪਣੇ ਬਦਲ ਵਿੱਚ ਜੀ ਉੱਠੇ ਯਿਸੂ ਮਸੀਹ ਅਤੇ ਸ਼ੁਭ ਸਮਾਚਾਰ ਦੀ ਸਭ ਤੋਂ ਵੱਡੀ ਗਵਾਹੀ ਹੈ। ਅਗਲੀ ਵਾਰ ਜਦੋਂ ਤੁਹਾਡੇ ਤੇ ਇਹ ਪੁੱਛਣ ਦੀ ਅਚਮੈਸ਼ ਆਵੇ ਕਿ ਮਸੀਹ ਸੱਚਾ ਹੈ, ਕੀ ਮਸੀਹ ਇਤਿਹਾਸਿਕ ਹੈ, ਕੀ ਸੁਸਮਾਚਾਰ ਸੱਚਾ ਹੈ, ਤਾਂ ਪਲੂਸ ਨੂੰ ਚੇਤੇ ਕਰੋ ਉਹ ਕੌਣ ਸੀ ਅਤੇ ਉਹ ਕੀ ਬਣ ਗਿਆ। ਤਰਸੁਸ ਦੇ ਸੌਲਸ ਨੂੰ ਪਾਲੂਸ ਰਸੂਲ ਬਣਦਾ ਚੇਤੇ ਰੱਖੋ ਅਤੇ ਯਾਦ ਰੱਖੋ ਪਰਮੇਸ਼ਰ ਨੇ ਉਸ ਨੂੰ ਅੰਦਰੋਂ ਬਦਲ ਦਿੱਤਾ। ਮੈਂ ਅਤੇ ਮੇਰੀ ਪਤਨੀ ਟਰਨਿੰਗ ਪੁਆਇੰਟ ਰੇਡੀਓ ਰਿਲੀਜ਼ ਲਈ ਮੋਂਟਗੋਮਰੀ ਅਤੇ ਡੋਥਨ, ਅਲਬਾਮਾ ਵਿੱਚ ਸੀ। ਮੈਂ ਸ਼ੁੱਕਰਵਾਰ ਕਦੀ ਘਰ ਨਹੀਂ ਸੀ ਹੁੰਦਾ। ਜੇ ਮੈਂ ਇੱਥੇ ਐਲਕੋਜਨ ਵਿੱਚ ਹੁੰਦਾ, ਮੈਂ ਕੰਮ ਤੇ ਹੁੰਦਾ ਅਤੇ ਪੜ੍ਹ ਰਿਹਾ ਹੁੰਦਾ, ਪਰ ਮੈਂ ਹੋਟਲ ਦੇ ਕਮਰੇ ਵਿੱਚ ਸਾਂ ਅਤੇ ਅਸੀਂ ਡੌਂਥ ਜਾਣ ਦੀ ਤਿਆਰੀ ਕਰ ਰਹੇ ਸੀ ਅਤੇ ਸਾਨੂੰ ਉੱਥੇ 1.5 ਘੰਟੇ ਵਿੱਚ ਪਹੁੰਚਣਾ ਸੀ। ਅਤੇ ਮੈਂ ਟੈਲੀਵਿਜ਼ਨ ਲਾਇਆ ਅਤੇ ਜਿਉਂ ਹੀ ਮੈਂ ਟੈਲੀਵਿਜ਼ਨ ਲਾਇਆ ਸੀ, CNN ਤੇ ਪੈਨ ਸਟੀਵਾਰਟ ਦੇ ਜਨਾਜ਼ੇ ਦੀ ਸ਼ੁਰੂਆਤ ਹੁੰਦੀ ਵੇਖੀ। ਇਸ ਗੋਲਫਰ ਦੇ ਜਨਾਜ਼ੇ ਦੀ ਸਭਾ ਦਾ ਪ੍ਰਸਾਰਣ ਮੁਕੰਮਲ ਤੌਰ ਤੇ CNN ਤੇ ਅਤੇ ਇਸ ਦੇ ਕੁਝ ਮੁੱਖ ਭਾਗ NBC ਅਤੇ ESPN ਤੇ ਵਿਖਾਏ ਜਾ ਰਹੇ ਸਨ। ਮੈਨੂੰ ਰੁਕ ਕੇ ਤੁਹਾਨੂੰ ਦੱਸਣਾ ਪਵੇਗਾ ਕਿ ਮੀਡੀਆ ਯਿਸੂ ਮਸੀਹ ਨੂੰ ਲੱਤ ਮਾਰ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਹ ਇਸ ਵਿੱਚ ਵਾਪਸ ਆਉਣ ਲਈ ਰਸਤਾ ਲੱਭ ਹੀ ਰਿਹਾ ਕਿ ਉਹ ਨਹੀਂ ਕਰਦਾ। ਆਮੀਨ। ਇਹ ਅਫਸੋਸ ਦੀ ਗੱਲ ਸੀ ਕਿ ਇਸ ਵਿੱਚ ਦੁੱਖ ਦੀ ਗੱਲ ਸੀ।
ਸਟੀਵ ਬਾਰਟ ਪਰਿਵਾਰ ਲਈ ਇਹ ਬਹੁਤ ਦੁਖਦਾਈ ਸਮਾਂ ਸੀ, ਪਰ ਡੋਨਾ ਅਤੇ ਮੈਂ ਉੱਥੇ ਹੋਟਲ ਦੇ ਕਮਰੇ ਵਿੱਚ ਬੈਠੇ ਸੀ ਅਤੇ ਅਸੀਂ ਉਹਨਾਂ ਹੰਝੂਆਂ ਨੂੰ ਪੂੰਝਣ ਤੋਂ ਨਹੀਂ ਰੋਕ ਸਕੇ ਜੋ ਸਾਡੇ ਚਿਹਰਿਆਂ ਤੋਂ ਹੇਠਾਂ ਡਿੱਗ ਰਹੇ ਸਨ। ਔਰਲੋਡੋ, ਫਲੋਰੀਡਾ ਵਿੱਚ ਪੈਨ ਦੀ ਕਲੀਸਿਆ ਦੇ ਪਾਸਟਰ ਨੇ, ਜੋ ਕਿ ਮੇਰਾ ਦੋਸਤ ਹੈ, ਗੋਲਫ ਬਾਰੇ ਅਤੇ ਸਵਰਗ ਵਿੱਚ ਜਾਣ ਬਾਰੇ ਪ੍ਰਚਾਰ ਕੀਤਾ ਅਤੇ ਬਹੁਤ ਹੀ ਸਫਾਈ ਨਾਲ ਪੇਸ਼ ਕੀਤਾ ਗਿਆ ਪ੍ਰਚਾਰ ਸੀ। ਪਰ ਮੇਰੇ ਲਈ ਜੋ ਹਿੱਸਾ ਸਭ ਤੋਂ ਜ਼ਿਆਦਾ ਚੁਭਵਾਂ ਹੈ ਅਤੇ ਜੋ ਸਾਨੂੰ ਸਮਝਣ ਵਿੱਚ ਮਦਦ ਕਰਦਾ ਕਿ ਅੱਜ ਅਸੀਂ ਇੱਥੇ ਕਾਹਦੇ ਬਾਰੇ ਗੱਲਬਾਤ ਕਰ ਰਹੇ ਹਾਂ, ਉਹ ਇਹ ਹੈ ਕਿ ਕੀ ਹੋਇਆ ਜਦੋਂ ਪੌਲ ਅਜਾਗਰ ਨੇ ਖਲੋ ਕੇ ਆਪਣਾ ਭਾਸ਼ਣ ਦਿੱਤਾ ਅਤੇ ਆਪਣੀਆਂ ਟਿੱਪਣੀਆਂ ਕੀਤੀਆਂ। ਕਿਉਂਕਿ ਪੈਨ ਸਟੀਵਾਰਡ ਲਈ ਆਪਣੇ ਪਿਆਰ ਕਰਕੇ ਉਸਨੇ ਇੱਕ ਖਾਸ ਕਿਸਮ ਦਾ ਟੋਪ ਪਾਇਆ। ਆਰਗਿਲ ਜੁਰਾਬਾਂ ਵਿਖਾਉਣ ਲਈ ਆਪਣੀ ਪੈਂਟ ਨੂੰ ਉਤਾਂਹ ਕੀਤਾ ਤੇ ਫਿਰ ਉਸਨੇ ਪੈਨ ਸਟੀਵਾਰਡ ਬਾਰੇ ਦੱਸਣਾ ਸ਼ੁਰੂ ਕੀਤਾ, ਜਿਸ ਨੂੰ ਉਹ ਉਸਦੇ ਸ਼ੁਰੂਆਤੀ ਜੀਵਨ ਤੋਂ ਜਾਣਦਾ ਸੀ। ਉਸਨੇ ਦੱਸਿਆ ਕਿ ਉਹ ਕਿੰਨਾ ਮਜ਼ਾਕੀਆ ਕਿਸਮ ਦਾ ਬੰਦਾ ਸੀ, ਜੋ ਉਸਨੇ ਕਿਹਾ ਅਤੇ ਜੋ ਉਸਦੇ ਗੋਲਫ ਕੋਚ ਨੇ ਕਿਹਾ। ਤੁਹਾਨੂੰ ਉਸ ਤੋਂ ਪਤਾ ਲੱਗ ਗਿਆ ਹੋਵੇਗਾ ਕਿ ਪੈਨ ਸਟੀਵਾਰਡ ਇੱਕ ਸ਼ਖਸੀਅਤ ਸੀ ਅਤੇ ਟੂਰ ਤੇ ਆਪਣੀ ਸ਼ੁਰੂਆਤੀ ਜੀਵਨ ਵਿੱਚ ਉਹ ਰੋਡਰ ਸੀ। ਇਸ ਗੋਲਫ ਕੋਚ ਨੇ ਇੱਕ ਕਹਾਣੀ ਦੱਸੀ ਅਤੇ ਮੈਂ ਸੋਚਦਾ ਹਾਂ ਕਿ ਜਦੋਂ ਉਹਨਾਂ ਨੇ ਇਹ ਕਹਾਣੀ ਸੁਣੀ ਹੋਵੇਗੀ ਤਾਂ ਉਹ ਇਸ ਮਸੀਹੀ ਸਭਾ ਵਿੱਚ ਨਹੀਂ ਖਲੋਣਾ ਚਾਹਣਗੇ। ਉਸਨੇ ਕਹਾਣੀ ਵਿੱਚ ਜੋ ਦੱਸਿਆ ਉਹ ਇਹ ਸੀ ਕਿ ਇੱਕ ਰਾਤ ਪੈਨ ਸਟੀਵਾਰਡ ਇੱਕ ਠੇਕੇ ਤੇ ਸੀ ਅਤੇ ਕੋਈ ਆਇਆ ਤੇ ਉਸਨੂੰ ਕਿਹਾ ਕਿ ਤੁਸੀਂ ਪੈਨ ਸਟੀਵਾਰਡ ਹੋ। ਉਸਨੇ ਕਿਹਾ ਹਾਂ, ਮੈਂ ਪੈਨ ਸਟੀਵਾਰਡ ਹਾਂ। ਅਤੇ ਉਸ ਬੰਦੇ ਨੇ ਕਿਹਾ ਮੈਨੂੰ ਤੇਰੇ ਤੇ ਯਕੀਨ ਨਹੀਂ ਹੈ। ਅਤੇ ਉਸਨੇ ਕਿਹਾ ਮੈਂ ਤੈਨੂੰ ਦੱਸਦਾ ਹਾਂ ਕਿ ਮੈਂ ਤੇਰੇ ਨਾਲ ਭਰੇ ਸ਼ਰਾਬ ਦੇ ਪਿਆਲੇ ਦੀ ਸ਼ਰਤ ਲਾਉਂਦਾ ਹਾਂ ਅਤੇ ਜੇ ਮੈਂ ਪੈਨ ਸਟੀਵਾਰਡ ਹੋਇਆ ਤਾਂ ਤੈਨੂੰ ਸ਼ਰਾਬ ਖਰੀਦ ਕੇ ਦੇਣੀ ਪਵੇਗੀ। ਉਸ ਬੰਦੇ ਨੇ ਕਿਹਾ ਠੀਕ ਹੈ, ਲੱਗੀ ਸ਼ਰਤ। ਸੋ ਠੇਕੇ ਤੇ ਗਿਆ ਅਤੇ ਕਿਸੇ ਕਿਸਮ ਦੇ ਸ਼ੈਂਪੇਨ ਦੀਆਂ 6 ਬੋਤਲਾਂ ਖਰੀਦ ਲਿਆ ਜੋ ਉਸ ਨੂੰ 160 ਪਾਉਂਡ ਦੀਆਂ ਪਈਆਂ। ਬੰਦਾ ਵਾਪਸ ਆਇਆ ਤੇ ਉਸਨੇ ਉਸ ਨੂੰ ਆਪਣੇ ਪਹਿਚਾਣ ਦੇ ਸਾਰੇ ਸਬੂਤ ਦਿੱਤੇ ਅਤੇ ਉਸਨੇ ਉਸ ਪਿਆਲੇ ਵਿੱਚ ਸ਼ਰਾਬ ਪਾਈ ਅਤੇ ਉਸ ਬੰਦੇ ਨੂੰ ਇਹ ਜਾਣਨ ਲਈ ਕਿ ਉਹ ਸੱਚਮੁੱਚ ਪੈਨ ਸਟੀਵਾਰਡ ਸੀ, $760 ਦਾ ਖਰਚ ਪਿਆ। ਪੈਨ ਸਟੀਵਾਰਡ ਇਸ ਤਰ੍ਹਾਂ ਦਾ ਬੰਦਾ ਸੀ, ਉਹ ਹਰ ਸਮੇਂ ਇਸ ਤਰ੍ਹਾਂ ਦਾ ਹੀ ਕੰਮ ਕਰਦਾ ਸੀ। ਪੌਲ ਅਜਾਗਰ ਨੇ ਦੱਸਿਆ ਕਿ ਪ੍ਰਭੂ ਵਿੱਚ ਆਉਣ ਤੋਂ ਕੁਝ ਮਹੀਨੇ ਪਹਿਲਾਂ ਪੈਨ ਸਟੀਵਾਰਡ ਨਾਲ ਕੀ ਹੋਇਆ ਸੀ। ਉਸਨੇ ਦੱਸਿਆ ਕਿ ਉਸਦੇ ਪਰਿਵਾਰ ਪ੍ਰਤੀ ਉਸ ਦੀ ਸੋਚ ਕਿਵੇਂ ਬਦਲੀ। ਉਸ ਦਾ ਪਰਿਵਾਰ ਉਸ ਲਈ ਨੰਬਰ 1 ਬਣ ਗਿਆ। ਇਸ ਤੋਂ ਪਹਿਲਾਂ ਜਦੋਂ ਉਹ ਟੂਰ ਤੇ ਹੁੰਦਾ ਸੀ ਅਤੇ ਆਪਣੇ ਪਰਿਵਾਰ ਨੂੰ ਪਿਆਰ ਕਰਦਾ ਸੀ, ਉਹ ਇੰਨਾ ਮਹੱਤਵਪੂਰਨ ਨਹੀਂ ਸੀ। ਹੁਣ ਉਸ ਦਾ ਪਰਿਵਾਰ ਉਸ ਲਈ ਨੰਬਰ 1 ਬਣ ਗਿਆ। ਅਤੇ ਫਿਰ ਪੌਲ ਅਜਾਗਰ ਨੇ ਦੱਸਿਆ ਕਿ ਸਿਰਫ ਪਰਮੇਸ਼ਰ ਹੀ ਦਿਲ ਨੂੰ ਬਦਲ ਸਕਦਾ ਹੈ ਅਤੇ ਉਸਨੇ ਦੱਸਿਆ ਕਿ ਹੁਣ ਟੂਰ ਤੇ ਉਸ ਵਿੱਚ ਫਰਕ ਲੱਗਦਾ ਸੀ। ਪਹਿਲਾਂ ਉਹ ਸਵਾਰਥੀ ਸੀ, ਪਰ ਉਸਨੇ ਕਿਹਾ ਜਦੋਂ ਪਰਮੇਸ਼ਰ ਨੇ ਉਸ ਦੇ ਦਿਲ ਨੂੰ ਫੜ ਲਿਆ, ਟੂਰ ਤੇ ਉਸ ਦੇ ਸਾਰੇ ਰਿਸ਼ਤੇਦਾਰ ਬਦਲ ਗਏ ਅਤੇ ਉਹ ਲੋਕਾਂ ਵਿੱਚ ਦਿਲਚਸਪੀ ਲੈਣ ਲੱਗਾ। ਅਤੇ ਉਹ ਸਾਨੂੰ ਸਾਰਿਆਂ ਨੂੰ ਉਸ ਚੁਭਵੇਂ ਪਲ ਬਾਰੇ ਯਾਦ ਕਰਾਉਂਦਾ ਹੈ ਕਿ ਉਹ ਆਖਰੀ ਟੂਰਨਾਮੈਂਟ ਤੋਂ ਬਾਅਦ ਜਦੋਂ ਪੌਲ ਮਿਕਲਸਨ ਕੋਲ ਗਿਆ, ਜਿਸ ਦੀ ਪਤਨੀ ਦੇ ਕੁਝ ਹੀ ਦਿਨਾਂ ਵਿੱਚ ਬੱਚਾ ਹੋਣ ਵਾਲਾ ਸੀ, ਅਤੇ ਉਸ ਨੇ ਉਸ ਦੀਆਂ ਗੱਲਾਂ ਤੇ ਹੱਥ ਰੱਖੇ ਅਤੇ ਉਸ ਦੀਆਂ ਅੱਖਾਂ ਵੇਖ ਕੇ ਉਸ ਨੂੰ ਕਿਹਾ ਇਹ ਟੂਰਨਾਮੈਂਟ ਮਹੱਤਵਪੂਰਨ ਨਹੀਂ ਹੈ, ਪਰ ਪਿਤਾ ਹੋਣ ਦੇ ਨਾਤੇ ਜੋ ਤੁਸੀਂ ਕਰੋਗੇ ਉਹ ਮਹੱਤਵਪੂਰਨ ਹੈ। ਉਸ ਨੇ ਦੱਸਿਆ ਕਿਵੇਂ ਕਲੀਸਿਆ ਨਾਲ ਉਸ ਦੇ ਰਿਸ਼ਤੇ ਬਦਲ ਗਏ, ਕਿਵੇਂ ਉਸ ਦਾ ਸਾਰਾ ਜੀਵਨ ਬਦਲ ਗਿਆ ਅਤੇ ਹਰ ਵਾਰ ਜਦੋਂ ਉਹ ਕੋਈ ਗੱਲ ਕਰਦਾ, ਪੌਲ ਅਜਾਗਰ ਵਾਪਸ ਆਉਂਦਾ ਅਤੇ ਇਹ ਕਹਿੰਦਾ ਸਿਰਫ ਪਰਮੇਸ਼ਰ ਹੀ ਦਿਲ ਨੂੰ ਬਦਲ ਸਕਦਾ ਹੈ। ਤੁਹਾਡੇ ਵਿੱਚੋਂ ਕਿੰਨੇ ਜਣੇ ਜਾਣਦੇ ਹਨ ਕਿ ਸਿਰਫ ਪਰਮੇਸ਼ਰ ਹੀ ਦਿਲ ਨੂੰ ਬਦਲ ਸਕਦਾ ਹੈ? ਤੁਸੀਂ ਹੋਰ ਹਰ ਚੀਜ਼ ਅਜਮਾ ਸਕਦੇ ਹੋ, ਤੁਸੀਂ ਉਪਲਬਧ ਹਰ ਬਿਹਤਰੀਨ ਪ੍ਰੋਗਰਾਮ ਵਿੱਚ ਜਾ ਸਕਦੇ ਹੋ। ਇਹੋ ਜਿਹੇ ਕਈ ਲੋਕ ਹਨ। ਤੁਸੀਂ ਬਾਹਰੋਂ ਆਪਣੀ ਜ਼ਿੰਦਗੀ ਸਹੀ ਕਰ ਸਕਦੇ ਹੋ ਅਤੇ ਇਹ ਥੋੜੇ ਚਿਰ ਲਈ ਸਹੀ ਲੱਗੇਗੀ, ਪਰ ਮੇਰੇ ਦੋਸਤੋ, ਸਿਰਫ ਪਰਮੇਸ਼ਰ ਹੀ ਦਿਲ ਨੂੰ ਬਦਲ ਸਕਦਾ ਹੈ। ਦਮਸ਼ਕ ਦੇ ਰਾਹ ਤੇ ਪਲੂਸ ਨਾਲ ਉਸ ਦਿਨ ਕੀ ਹੋਇਆ? ਪਰਮੇਸ਼ਰ ਨੇ ਉਸ ਦੇ ਦਿਲ ਨੂੰ ਬਦਲ ਦਿੱਤਾ ਅਤੇ ਗੁਜ਼ਰੇ ਸਮੇਂ ਵਿੱਚ ਉਹ ਜੋ ਵੀ ਸੀ ਉਹ ਸਭ ਜਾਣਦਾ ਰਿਹਾ। ਪੁਰਾਣੀਆਂ ਗੱਲਾਂ ਬੀਤ ਗਈਆਂ ਅਤੇ ਸਭ ਨਵੀਆਂ ਹੋ ਗਈਆਂ ਅਤੇ ਸਤਾਉਣ ਵਾਲਾ ਰਸੂਲ ਬਣ ਗਿਆ, ਜਿਵੇਂ ਕਿ ਸਾਨੂੰ ਆਪਣੀ ਜ਼ਿੰਦਗੀ ਦੀ ਗਵਾਹੀ ਨਾਲ ਇਹ ਦੱਸਣ ਲਈ ਕਿ ਜੋ ਪਰਮੇਸ਼ਰ ਨੇ ਮੇਰੇ ਲਈ ਕੀਤਾ ਹੈ ਉਹ ਯਕੀਨਨ ਤੁਹਾਡੇ ਲਈ ਵੀ ਕਰ ਸਕਦਾ ਹੈ। ਜੇ ਤੁਸੀਂ ਉਸ ਨੂੰ ਨਹੀਂ ਜਾਣਦੇ ਹੋ, ਜੇ ਤੁਸੀਂ ਉਸ ਨੂੰ ਹਾਲੇ ਤੱਕ ਕਬੂਲ ਨਹੀਂ ਕੀਤਾ ਹੈ, ਉਹ ਅੱਜ ਤੁਹਾਡੇ ਸਫ਼ਰ ਨੂੰ ਰੋਕਣ ਦਾ ਇਸ਼ਕ ਹੈ ਅਤੇ ਤੁਸੀਂ ਅੰਦਰੋਂ ਉਹ ਮਰਦ ਜਾਂ ਔਰਤ, ਉਹ ਜਵਾਨ ਵਿਅਕਤੀ ਬਣ ਸਕਦੇ ਹੋ ਜਿਸ ਦਾ ਦਿਲ ਉਸ ਦੇ ਪੁੱਤਰ ਯਿਸੂ ਮਸੀਹ ਵਿੱਚ ਮੁਕਤੀ ਰਾਹੀਂ ਸਰਵਸ਼ਕਤੀਮਾਨ ਪਰਮੇਸ਼ਰ ਦੁਆਰਾ ਬਦਲਿਆ ਗਿਆ ਹੈ।
ਆਮੀਨ। ਪਿਆਰੇ ਦਰਸ਼ਕੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਦੋਸਤੋ, ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ ਸੌਲੂਸ ਦੇ ਬਦਲਣ ਬਾਰੇ ਜਾਣ ਰਹੇ ਸੀ। ਅਸੀਂ ਜਾਣਿਆ ਕਿ ਜਦੋਂ ਉਹ ਮਸੀਹਾ ਨੂੰ ਕਤਲ ਕਰਨ ਦੇ ਲਈ ਦਮਿਸ਼ਕ ਦੇ ਰਾਹ ਵਿੱਚ ਸੀ ਤਾਂ ਅਸੀਂ ਵੇਖਿਆ ਕਿ ਇੱਕ ਵੱਡੀ ਚਮਕ ਉਹਦੇ ਉੱਤੇ ਪਈ, ਜੋ ਕਿ ਪਰਮੇਸ਼ਰ ਦੀ ਮਹਿਮਾ ਦੀ ਚਮਕ ਸੀ, ਜਿਸ ਦੇ ਕਰਕੇ ਉਸ ਦੀਆਂ ਅੱਖਾਂ ਅੰਨੀਆਂ ਹੋ ਗਈਆਂ। ਇਸ ਤੋਂ ਬਾਅਦ ਅਸੀਂ ਸੌਲੂਸ ਅਤੇ ਪ੍ਰਭੂ ਯਿਸੂ ਜੀ ਦੇ ਵਿਚਕਾਰ ਸਵਾਲ ਜਵਾਬ ਨੂੰ ਵੇਖਿਆ। ਪ੍ਰਭੂ ਯਿਸੂ ਜੀ ਨੇ ਸੌਲੂਸ ਨੂੰ ਪੁੱਛਿਆ ਕਿ ਹੇ ਸੌਲੂਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈ? ਅਸੀਂ ਜਾਣਿਆ ਕਿ ਕਲੀਸਿਆ ਮਸੀਹ ਦੀ ਦੇਹ ਹੈ ਅਤੇ ਜੋ ਕੋਈ ਮਸੀਹ ਦੀ ਕਲੀਸਿਆ ਨੂੰ ਸਤਾਉਂਦਾ ਹੈ ਉਹ ਪ੍ਰਭੂ ਯਿਸੂ ਜੀ ਨੂੰ ਸਤਾਉਂਦਾ ਹੈ। ਇਸ ਤੋਂ ਬਾਅਦ ਅਸੀਂ ਉਸ ਪ੍ਰਕਾਸ਼ ਨੂੰ ਜਾਣਿਆ, ਉਸ ਦੇ ਉੱਤੇ ਇਹ ਪ੍ਰਗਟ ਹੋਇਆ ਕਿ ਚਮਕ ਦੇ ਵਿੱਚੋਂ ਜੋ ਬੋਲ ਰਿਹਾ ਹੈ ਉਹ ਖੁਦ ਯਿਸੂ ਹੈ, ਜਿਸ ਨੂੰ ਕਿ ਸੌਲੂਸ ਸਤਾਉਂਦਾ ਸੀ। ਪ੍ਰਭੂ ਯਿਸੂ ਜੀ ਨੇ ਕਿਹਾ ਕਿ ਤੇਰੇ ਲਈ ਮੈਨੂੰ ਹੂੰਜ ਮਾਰਨਾ ਮੁਸ਼ਕਿਲ ਹੈ। ਅਸੀਂ ਜਾਣਿਆ ਕਿ ਜਿਨ੍ਹਾਂ ਦੇ ਅੰਦਰ ਪਵਿੱਤਰ ਆਤਮਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਉਹਦੇ ਖਿਲਾਫ ਹੂੰਜ ਮਾਰਨਾ ਮੁਸ਼ਕਿਲ ਹੁੰਦਾ ਹੈ। ਅਸੀਂ ਜਾਣਿਆ ਕਿ ਪ੍ਰਭੂ ਯਿਸੂ ਜੀ ਨੇ ਦਰਸ਼ਨ ਤੋਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਹ ਜੋ ਕੁਝ ਕਰ ਰਿਹਾ ਹੈ ਉਹ ਗਲਤ ਕਰ ਰਿਹਾ। ਉਸਨੇ ਤੌਬਾ ਕੀਤੀ ਅਤੇ ਉਸ ਦਾ ਜੀਵਨ ਬਦਲ ਗਿਆ। ਇਸ ਤੋਂ ਬਾਅਦ ਉਸ ਦਾ ਰੂਪਾਂਤਰਨ ਹੋਇਆ। ਕਲੀਸਿਆ ਨੂੰ ਸਤਾਉਣ ਵਾਲਾ ਵਿਅਕਤੀ ਹੁਣ ਪੂਰੀ ਤਰ੍ਹਾਂ ਬਦਲ ਗਿਆ ਸੀ। ਉਹ ਹੁਣ ਮਸੀਹ ਦੇ ਲਈ ਤਰ੍ਹਾਂ ਤਰ੍ਹਾਂ ਦੇ ਦੁੱਖ ਝੱਲਦਾ ਸੀ ਅਤੇ ਦੁੱਖ ਉਠਾਉਂਦਾ ਸੀ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ, ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਾਂਗੇ। ਅਗਲੇ ਪ੍ਰੋਗਰਾਮ ਦੇ ਵਿੱਚ ਫਿਰ ਮੁਲਾਕਾਤ ਕਰਦੇ ਹਾਂ। ਤਦ ਤੱਕ ਦੇ ਲਈ ਸਾਰਿਆਂ ਨੂੰ ਜੈ ਮਸੀਹ ਦੀ। ਆਓ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਪਿਤਾ ਪਰਮੇਸ਼ਰ ਅੱਜ ਸੌਲੂਸ ਦੇ ਜੀਵਨ ਤੋਂ ਸਾਨੂੰ ਸਿਖਾਇਆ ਕਿ ਪਿਤਾ ਤੁਸੀਂ ਉਹਦੇ ਜੀਵਨ ਵਿੱਚ ਕੰਮ ਕੀਤਾ, ਔਰ ਜਦ ਪਿਤਾ ਪਰਮੇਸ਼ਰ ਤੁਸੀਂ ਉਸ ਦੇ ਉੱਤੇ ਆਪਣੇ ਜਲਾਲੀ ਰੂਪ ਵਿੱਚ ਆ ਕੇ ਉਹਨੂੰ ਦਰਸ਼ਨ ਦਿੱਤੇ ਤਾਂ ਉਸਦੇ ਜੀਵਨ ਨੂੰ ਬਦਲ ਦਿੱਤਾ। ਪਿਤਾ ਪਰਮੇਸ਼ਰ, ਉਹ ਵਿਅਕਤੀ ਜੋ ਕਲੀਸਿਆ ਨੂੰ ਸਤਾਉਂਦਾ ਸੀ, ਅੱਜ ਪਿਤਾ ਪਰਮੇਸ਼ਰ ਤੁਹਾਡੀ ਸੇਵਾ ਖਾਤਰ ਹਰ ਤਰ੍ਹਾਂ ਦੇ ਦੁੱਖ ਨੂੰ ਝੱਲ ਰਿਹਾ ਸੀ। ਇਸ ਬਦਲਾਵ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਸਾਡੇ ਵਿੱਚੋਂ ਬਹੁਤ ਸਾਰੇ ਲੋਕ ਪਿਤਾ ਪਰਮੇਸ਼ਰ ਅੱਜ ਸੌਲੂਸ ਦੇ ਵਾਂਗ ਹੀ ਹਨ, ਜਿਹੜੇ ਪ੍ਰਭੂ ਨਹੀਂ ਜਾਣਦੇ ਕਿ ਉਹ ਕੀ ਕਰ ਰਿਹਾ, ਔਰ ਅਣਜਾਣੇ 'ਚ ਪਿਤਾ ਪਰਮੇਸ਼ਰ ਤੁਹਾਡੀ ਕਲੀਸਿਆ ਨੂੰ ਸਤਾਉਂਦੇ ਹਨ। ਪਿਤਾ, ਮੇਰੀ ਪ੍ਰਾਰਥਨਾ ਉਹਨਾਂ ਸਾਰਿਆਂ ਦੇ ਜੀਵਨ 'ਚ ਕੰਮ ਕਰੋ, ਉਹਨਾਂ ਨੂੰ ਆਸ਼ੀਸ਼ ਤੇ ਬਰਕਤ ਦਿਓ, ਆਪਣੀ ਸੱਚਾਈ ਨੂੰ ਪ੍ਰਗਟ ਕਰੋ ਤਾਂ ਕਿ ਉਹ ਪ੍ਰਭੂ ਜੀ ਤੁਹਾਡੇ ਤੋਂ ਮੁਕਤੀ ਹਾਸਿਲ ਕਰ ਸਕੇ ਔਰ ਤੁਹਾਡੇ ਪਿੱਛੇ ਚੱਲ ਸਕਣ। ਪਿਆਰੇ ਪਿਤਾ ਪਰਮੇਸ਼ਰ, ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਹਾਂ। ਯਿਸੂ ਨਾਸਰੀ ਜੀ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।